ब्रॉडवे ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਸਾਰਿਆਂ ਦਾ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ, ਕੱਲ 19 ਤਰੀਕ ਨੂੰ ਇੱਕ ਬਹੁਤ ਹੀ ਵੱਡਾ ਪ੍ਰੋਟੈਸਟ ਕੀਤਾ ਗਿਆ ਸਟੂਡੈਂਟਸ ਵੱਲੋਂ ਕਿਊਬੈਕ ਦੇ ਮਸਲੇ ਨੂੰ ਲੈ ਕੇ ਕੈਨੇਡੀਅਨ ਐਮਬੈਸੀ ਦੇ ਬਾਹਰ। ਸੋ ਅੱਜ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਇਹ ਨੌਬਤ ਕਿਉਂ ਆਈ, ਸਟੂਡੈਂਟਸ ਨੂੰ ਮਜਬੂਰ ਹੋ ਕੇ ਪ੍ਰੋਟੈਸਟ ਤੱਕ ਕਿਉਂ ਪਹੁੰਚਣਾ ਪਿਆ ਤੇ ਜਿਹੜਾ ਪ੍ਰੋਟੈਸਟ ਹੋਇਆ ਉਹਦੇ ਹੁਣ ਆਊਟਕਮਸ ਕੀ ਹੋ ਸਕਦੇ ਨੇ, ਜਿਹੜੇ ਪੁਆਇੰਟਸ ਚੱਕੇ ਗਏ ਸਟੂਡੈਂਟਸ ਵੱਲੋਂ ਐਮਬੈਸੀ ਜਾਂ ਕੈਨੇਡੀਅਨ ਗਵਰਨਮੈਂਟ ਉਸ ਨੂੰ ਕਿਸ ਤਰੀਕੇ ਨਾਲ ਲਵੇਗੀ। ਸੋ ਇਸ ਵਾਸਤੇ ਸਾਡੇ ਨਾਲ ਮੌਜੂਦ ਨੇ ਐਜ਼ ਐਨ ਐਕਸਪਰਟ ਬ੍ਰੌਡਵੇ ਇਮੀਗ੍ਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਅਮਰਜੀਤ ਸਿੰਘ ਕੰਵਰ ਸਾਹਿਬ। ਸਵਾਗਤ। ਥੈਂਕ ਯੂ ਦੀਪਕ ਜੀ। ਪ੍ਰੋਗਰਾਮ ਦੇਖ ਰਹੇ ਸਾਰੇ ਦੋਸਤਾਂ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਅਮਰਜੀਤ ਜੀ, ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਹਾਂ ਕਿ ਕੱਲ ਦੇ ਪ੍ਰੋਟੈਸਟ ਦੇ ਵਿੱਚ ਕਿਹੜੇ ਮੁੱਦੇ ਸਟੂਡੈਂਟਸ ਨੇ ਚੱਕੇ ਤੇ ਤੁਸੀਂ ਕੈਨੇਡੀਅਨ ਐਮਬੈਸੀ ਨਾਲ ਵੀ ਡੀਲ ਕਰਦੇ ਹੋ, ਸਟੂਡੈਂਟਸ ਨਾਲ ਵੀ ਡੀਲ ਕਰਦੇ ਹੋ, ਉਹਨਾਂ ਦੀ ਮਨੋਦਸ਼ਾ ਬੜੇ ਤਰੀਕੇ ਨਾਲ ਸਮਝਦੇ ਹੋ, ਕਰੰਟ ਸਿਚੁਏਸ਼ਨ ਨੂੰ ਵੀ ਸਮਝਦੇ ਹੋ। ਤੁਹਾਨੂੰ ਕੀ ਲੱਗਦਾ ਹੈ ਕਿ ਆਊਟਕਮ ਕੀ ਆਏਗੀ, ਕਦੋਂ ਤੱਕ ਆਏਗੀ? ਦੇਖੋ, ਜਿਹੜੇ ਮੁੱਦੇ ਚੱਕੇ ਗਏ ਪਹਿਲਾਂ ਮੈਂ ਉਹ ਦੱਸ ਦਿੰਦਾ। ਉਹਨਾਂ ਦੇ ਜਿਹੜੇ ਮੇਜਰ ਸਟੂਡੈਂਟਸ ਦੇ ਮੁੱਦੇ ਸੀਗੇ, ਉਹਨਾਂ ਦੇ ਵਿੱਚ ਉਹਨਾਂ ਦਾ ਮੁੱਦਾ ਸੀਗਾ ਕਿ ਰਿਜ਼ਲਟ ਸਭ ਤੋਂ ਵੱਡਾ ਉਹਨਾਂ ਦਾ ਜਿਹੜਾ ਮੁੱਦਾ ਸੀਗਾ ਕਿ ਰਿਜ਼ਲਟ, ਔਰ ਰਿਜ਼ਲਟ ਦੇ ਰੂਪ 'ਚ ਉਹ ਇਕੱਲੇ ਵੀਜ਼ੇ ਨਹੀਂ ਲੈਣਗੇ, ਉਹ ਕਦੇ ਵੀ ਚਾਹੇ ਸਾਨੂੰ ਤੁਸੀਂ ਰਿਫਿਊਜ਼ ਕਰ ਦਿਓ। ਇਹ ਸਟੂਡੈਂਟ ਦੀ ਤੁਸੀਂ ਮਨੋਦਸ਼ਾ ਦੀ ਗੱਲ ਦੇਖ ਸਕਦੇ ਹੋ ਕਿ ਸਟੂਡੈਂਟ ਕਿਸ ਲੈਵਲ ਤੱਕ ਡੈਸਪਰੇਟ ਹੋ ਚੁੱਕਾ। ਉਹ ਕਹਿੰਦਾ ਕਿ ਤੁਸੀਂ ਮੈਨੂੰ ਰਿਫਿਊਜ਼ ਕਰ ਦਿਓ, ਐਟਲੀਸਟ ਮੈਂ ਕਿਸੇ ਪਾਸੇ ਲੱਗਾ, ਮੈਂ ਆਈ ਕੈਨ ਮੂਵ ਫਾਰਵਰਡ, ਹੈ ਨਾ, ਮੈਂ ਕੁਝ ਹੋਰ ਡਿਸਾਈਡ ਕਰ ਸਕਾਂ, ਮੈਂ ਕੁਝ ਹੋਰ ਕਾਲਜ ਡਿਸਾਈਡ ਕਰ ਸਕਾਂ ਜਾਂ ਮੈਂ ਕੰਟਰੀ ਡਿਸਾਈਡ ਕਰਾਂ, ਮੈਂ ਆਪਣੇ ਪ੍ਰੋਫਾਈਲ ਦੇ ਹਿਸਾਬ ਨਾਲ ਦੇਖਾਂ, ਰੈਦਰ ਦੈਨ ਤੁਸੀਂ ਮੈਨੂੰ ਹੈਂਗਿੰਗ ਪੋਜੀਸ਼ਨ 'ਚ ਪਾਇਆ ਹੋਇਆ ਵਾ ਜਿੱਥੇ ਮੈਨੂੰ ਕੁਝ ਵੀ ਕਲੈਰਿਟੀ ਨਾ IRCC ਵੱਲੋਂ ਆ ਰਹੀ ਹੈ, ਨਾ MIFI ਜਿਹੜੀ ਬਾਡੀ ਹੈ ਫਾਈਨਾਂਸ ਮਿਨਿਸਟਰੀ ਹੈ ਕਿਊਬੈਕ ਦੀ, ਜਿਹਨੇ ਇਨਕੁਆਇਰੀ ਸ਼ੁਰੂ ਕੀਤੀ ਸੀ 10 ਕਾਲਜਾਂ ਦੀ, ਨਾ ਉਹਦੇ ਵੱਲੋਂ ਕੋਈ ਕਲੀਅਰੈਂਸ ਆ ਰਹੀ ਹੈ। ਔਰ MIFI ਨੇ ਹੀ ਇਹਨਾਂ ਦੇ ਵੀਜ਼ੇ ਰਿਕੁਆਇਰ ਸੀ, ਉਹਦੀ ਨੋਟੀਫਿਕੇਸ਼ਨ ਉਹਨਾਂ ਦੀ ਵੈਬਸਾਈਟ ਤੇ, ਲੇਕਿਨ ਉਸ ਤੋਂ ਬਾਅਦ ਕੋਈ ਨੋਟੀਫਿਕੇਸ਼ਨ MIFI ਨਹੀਂ ਦੇ ਰਹੀ ਹੈ IRCC ਨੂੰ ਕਿ ਵੀਜ਼ਿਆਂ ਨੂੰ ਸ਼ੁਰੂ ਵੀ ਕਰ ਦਿਓ। ਇਹ ਜਿਹੜੀ ਸਿਚੁਏਸ਼ਨ ਹੈ, ਇਹ ਉਹਨਾਂ ਦੇ ਸਟੂਡੈਂਟਸ ਦਾ ਕੋਰ ਮੁੱਦਾ ਸੀ। ਉਸ ਤੋਂ ਇਲਾਵਾ ਸਟੂਡੈਂਟਸ ਨੇ ਫਿਰ ਮਤਲਬ ਆਪਾਂ ਜਦੋਂ ਗੱਲਬਾਤ ਕਰਦੇ ਤਾਂ ਮੁੱਦੇ ਬਣਾਉਣੇ ਪੈਂਦੇ। ਇੱਕ ਸਾਈਕੋਲੋਜੀਕਲੀ ਜਿਹੜਾ ਡਿਪਰੈਸ਼ਨ ਹੈ ਪਰਿਵਾਰ ਦਾ, ਬੱਚਿਆਂ ਦਾ, ਪੈਸਾ ਜਿਹੜਾ ਰਿਸਕ ਤੇ ਲੱਗਾ ਹੋਇਆ ਕਿ ਉਹ ਕਾਲਜਿਸ ਤੇ ਜੇ ਇਨਕੁਆਇਰੀ ਖੁੱਲੀ ਹੈ, ਖੁਦਾ ਨਾ ਖਾਸਤਾ ਜੇ ਕੁਝ ਗਲਤ ਹੈ ਤਾਂ ਉਹਨਾਂ ਦਾ ਪੈਸਾ ਡੁੱਬ ਜਾਏਗਾ। ਅਗਰ ਅੱਜ ਰਹਿੰਦੇ ਉਹਨਾਂ ਨੂੰ ਐਮਬੈਸੀ ਦੱਸ ਦੇ ਤਾਂ ਉਹਦੇ ਹਿਸਾਬ ਨਾਲ ਅਗਲੇ ਆਪਣੇ ਰਿਫੰਡ ਅਪਲਾਈ ਕਰ ਸਕਦੇ ਨੇ, ਹੋਰ ਚੀਜ਼ਾਂ ਕਰ ਸਕਦੇ ਨੇ। ਸੋ ਬੱਚੇ ਦੀ ਮੇਨ ਜਿਹੜਾ ਕੋਰ ਇਸ਼ੂ ਸੀ ਜੋ ਉਹਨਾਂ ਦਾ ਬਣਿਆ ਹੋਇਆ ਲਗਾਤਾਰ ਰਿਜ਼ਲਟ ਆਪਾਂ ਕਹਿ ਲਈਏ, ਉਹ ਮੇਨ ਸੀਗਾ। ਉਸ ਤੋਂ ਬਾਅਦ ਜਿਹੜੀ ਹੁਣ ਬੱਚਿਆਂ ਨਾਲ ਗੱਲਬਾਤ ਉੱਥੇ ਹੋਈ ਜਾਂ ਆਪਾਂ ਸੋਚੀਏ ਕਿ ਐਮਬੈਸੀ, ਸੋ ਇੱਕ ਚੀਜ਼ ਤਾਂ ਸ਼ੋਰ ਸੀ ਪਹਿਲਾਂ ਵੀ, ਬੱਚੇ ਜਦੋਂ ਮੈਂ ਵੀ ਲਾਈਵ ਆਪਣੇ ਚੈਨਲ ਤੇ ਕੀਤਾ ਸੀ, ਉਹਦੇ 'ਚ ਬੱਚਿਆਂ ਦਾ ਕਹਿਣਾ ਸੀਗਾ ਵੀ ਅਸੀਂ ਅੱਜ ਇਹਨਾਂ ਕੋਲੋਂ ਰਿਟਨ ਕੁਝ ਲੈ ਕੇ ਜਾਵਾਂਗੇ, ਬਟ ਪ੍ਰੈਕਟੀਕਲੀ ਸਾਨੂੰ ਪਤਾ ਸੀਗਾ ਕਿ ਰਿਟਨ ਤੁਸੀਂ ਨਹੀਂ ਲੈ ਸਕਦੇ ਕਿਉਂਕਿ ਜਿਹੜਾ ਹਾਈ ਕਮਿਸ਼ਨ ਇੱਥੇ ਬੈਠਾ ਉਹ ਇੱਕ ਐਡੇ ਵੱਡੇ ਸਟਰਕਚਰ ਦਾ ਇੱਕ ਇੰਨਾ ਪਾਰਟ ਹੈ, ਔਰ ਉਹਦੇ ਕੋਲ ਪਾਵਰ ਨਹੀਂ ਕਿ ਕਿਸੇ ਨੂੰ ਕੁਝ ਰਾਈਟਿੰਗ 'ਚ ਦੇ ਦੇ। ਤੁਹਾਡਾ ਸਿਰਫ ਵੀਜ਼ਾ ਸਟੈਂਪ ਕਰਨਾ ਉਹਨਾਂ ਦਾ ਕੰਮ ਹੈ। ਸੋ ਤੁਹਾਡੀ ਫਾਈਲ ਜਿਹੜਾ ਮਿਲ ਕੇ ਆਏ ਨੇ ਉਹਨੂੰ ਆਪਾਂ ਪੰਜਾਬੀ 'ਚ ਜੇ ਸਮਝੀਏ ਤਾਂ ਐ ਸਮਝੀਏ ਕਿ CM ਨੂੰ ਮੈਮੋਰੈਂਡਮ ਦੇਣਾ ਸੀ ਤੇ DC ਤੱਕ ਪਹੁੰਚਾਤਾ। DC ਦਾ ਕੰਮ ਸਿਰਫ ਫੜਨਾ ਸੀ, ਉਹਨੇ ਫੜ ਕੇ ਰਿਸੀਵ ਕਰਕੇ ਅੱਗੇ ਸੁਨੇਹਾ ਲਾ ਦਿੱਤਾ। ਐਗਜ਼ੈਕਟਲੀ ਇਹੀ ਚੀਜ਼ ਹੁੰਦੀ ਹੈ, ਹੁਣਾ ਵੀ ਇਹੀ ਸੀਗਾ, ਬਟ ਸੁਨੇਹਾ ਪਹੁੰਚੇ, ਮੈਮੋਰੈਂਡਮ ਪਹੁੰਚੇ ਅੱਗੇ ਤੱਕ, ਦੈਟ ਇਜ਼ ਇੰਪੋਰਟੈਂਟ। ਉਹਨਾਂ ਨੇ ਇਹ ਵੀ ਕਿਹਾ ਕਿ ਜਿਹਨੇ ਵੀ ਤੁਸੀਂ ਟਵੀਟ ਕਰ ਰਹੇ ਹੋ, ਈਮੇਲਸ ਕਰ ਰਹੇ ਨੇ ਸਟੂਡੈਂਟਸ ਲਗਾਤਾਰ, ਉਹਨਾਂ ਦਾ ਕਹਿਣਾ ਸੀਗਾ ਕਿ ਅਸੀਂ ਉਹਨਾਂ ਨੂੰ ਇਗਨੋਰ ਨਹੀਂ ਕਰ ਰਹੇ। ਬੱਚਿਆਂ ਨੂੰ ਉਹਨਾਂ ਨੇ ਇਹ ਦਿਲਾਸਾ ਜ਼ਰੂਰ ਦਿੱਤਾ ਹੈ ਕਿ ਜੋ ਵੀ ਤੁਸੀਂ ਕਮਿਊਨੀਕੇਸ਼ਨ ਸਾਡੇ ਨਾਲ ਕਰ ਰਹੇ ਹੋ, ਅਸੀਂ ਸਾਰਿਆਂ ਦਾ ਰਿਪਲਾਈ ਨਹੀਂ ਕਰ ਪਾ ਰਹੇ ਕਿਉਂਕਿ ਬਹੁਤ ਸਾਰਾ ਸਟੂਡੈਂਟ ਲਿਖ ਰਹੇ ਨੇ ਸਰ। ਇੱਕ ਸਟੂਡੈਂਟ ਈਮੇਲ ਨਹੀਂ ਲਿਖਦਾ, ਹਜ਼ਾਰਾਂ ਸੈਂਕੜਿਆਂ ਦੇ ਹਿਸਾਬ ਨਾਲ ਸਟੂਡੈਂਟ ਈਮੇਲਸ ਲਿਖ ਰਹੇ ਨੇ ਔਰ ਸੇਮ ਟੌਪਿਕ ਕੰਸਰਨ ਹੈ, ਤਾਂ ਡੈਫੀਨੇਟਲੀ ਉਹਦੇ ਤੇ ਉਹ ਹਜ਼ਾਰਾਂ ਈਮੇਲ ਰਿਪਲਾਈ ਨਹੀਂ ਲਿਖਣਗੇ। ਠੀਕ ਹੈ ਜੀ, ਉਹਦਾ ਕੋਈ ਨਾ ਕੋਈ ਆਨਸਰ ਜਾਂ ਉਹਦੀ ਕੋਈ ਨਾ ਕੋਈ ਸਟੇਟਮੈਂਟ ਦੇਣਗੇ। ਉਹ ਕਿਦੋਂ ਦੇਣਗੇ, ਉਹ ਉਹਨਾਂ ਦੇ ਹੁਣ ਆਪਣੇ ਜਿਹੜਾ ਵਰਕਿੰਗ ਸਾਈਕਲ ਆ ਉਹਦੇ ਤੇ ਡਿਪੈਂਡ ਕਰਦਾ ਕਿ ਕਿਹੜੇ ਡਿਪਾਰਟਮੈਂਟ ਤੋਂ ਕਿੰਨੇ ਕੀ ਮਨਜ਼ੂਰੀ ਲੈ ਕੇ ਫਿਰ ਜਾ ਕੇ ਇੱਕ ਸਟੇਟਮੈਂਟ ਬਣਦੀ ਹੈ। ਇਦਾਂ ਦੇ ਹੈ ਨਹੀਂ ਕਿ ਕਿਸ ਟਰੂਡੋ ਦੇ ਸਵੇਰੇ ਮਨ 'ਚ ਕੁਛ ਆਇਆ ਤੇ ਉਹ ਟਵੀਟ ਕਰ ਸਕਦਾ। ਪ੍ਰੈਕਟੀਕਲੀ ਤੁਸੀਂ ਵੀ ਜਾਣਦੇ ਹੋ ਇਦਾਂ ਨਹੀਂ ਹੁੰਦਾ। ਉਹ ਇੱਕ ਸਟਰਕਚਰ ਹੁੰਦਾ ਗਵਰਨਮੈਂਟ ਦਾ, ਉਹ ਸਟਰਕਚਰ ਦੇ ਇੱਕ ਪ੍ਰੋਟੋਕੋਲ ਹੁੰਦਾ, ਪ੍ਰੋਟੋਕੋਲ ਦੇ ਅੰਦਰ ਰਹਿ ਕੇ ਚੀਜ਼ਾਂ ਹੁੰਦੀਆਂ ਨੇ। ਹੁਣ ਡੈਫੀਨੇਟਲੀ ਉਹਦੇ ਵਿੱਚ ਇੱਕ ਅਨਨੈਸੈਸਰੀ ਡਿਲੇ ਜ਼ਰੂਰ ਹੈ ਜਿਹੜਾ ਨਹੀਂ ਹੋਣਾ ਚਾਹੀਦਾ ਸੀ। ਗਵਰਨਮੈਂਟ ਨੂੰ ਇਹਦੇ ਉੱਤੇ ਵਰਕਿੰਗ ਹੋਣੀ ਚਾਹੀਦੀ ਸੀ ਕਿ ਜਦੋਂ 31 ਮਾਰਚ ਨੂੰ ਤੁਸੀਂ ਬੈਨ ਨੂੰ ਚੱਕਦੇ ਹੋ ਜਾਂ ਤੁਹਾਡਾ ਬੈਨ ਜਿਹੜਾ 31 ਮਾਰਚ ਦਾ ਉਹ ਐਕਸਪਾਇਰ ਹੋ ਜਾਂਦਾ ਆਟੋਮੈਟਿਕਲੀ, ਆਪਾਂ ਕਹਿ ਲਈਏ, ਕਿਉਂਕਿ ਉਹਦੀ ਡੇਟ ਦਿੱਤੀ ਸੀ 31 ਮਾਰਚ, ਉਹ 31 ਮਾਰਚ ਆ ਗਈ, ਉਹ ਐਕਸਪਾਇਰ ਹੋ ਗਿਆ। ਬਟ ਨਾ ਤਾਂ ਉਹਦੀ ਕੋਈ ਐਕਸਟੈਂਸ਼ਨ ਦੀ ਖਬਰ ਦਿੱਤੀ, ਨਾ ਤੁਸੀਂ ਉਹਦੇ ਖਤਮ ਹੋਣ ਦੀ ਖਬਰ ਦਿੱਤੀ। ਉਸ ਤੋਂ ਬਾਅਦ ਥੋੜੇ ਜਿਹੇ 2-4 ਵੀਜ਼ੇ ਦਿੱਤੇ ਔਰ ਫਿਰ ਵੀਜ਼ਾਸ ਬੰਦ ਹੋ ਗਏ। ਸੋ ਉਹ ਜਿਹੜਾ ਲੈਪਸ ਹੈ ਉਹਨੂੰ ਐਮਬੈਸੀ ਨੇ ਕਵਰ ਨਹੀਂ ਕਰ ਸਕੀ। ਉਹਨੂੰ ਇੱਕ ਸਟੂਡੈਂਟਸ ਨੇ ਹਰੀ ਕਰਤੀ, ਉਹਨਾਂ ਨੇ ਪਹਿਲਾ ਪ੍ਰੋਟੈਸਟ ਹੀ 7 ਤਰੀਕ ਨੂੰ ਕਰਤਾ, ਮਤਲਬ 7 ਦਿਨਾਂ 'ਚ, ਜਿਹਦੇ ਚੋਂ ਕਿ 1 ਤੋਂ ਲੈ ਕੇ 3-4 ਤਰੀਕ ਤੱਕ ਤਾਂ ਈਸਟਰ ਦੇ ਹੌਲੀਡੇ ਸੀ। ਚਲੋ ਸਟੂਡੈਂਟ ਗਲਤ ਨਹੀਂ ਸੀ ਕਿਉਂਕਿ ਸਟੂਡੈਂਟ ਸਾਲਾਂ ਤੋਂ ਲਟਕਿਆ ਹੋਇਆ,
ਉਹਨੂੰ ਪੋਜੀਸ਼ਨ ਜਿਹੜੀ ਉਹਦੀ ਸਾਲਾਂ ਤੋਂ ਕਲੀਅਰ ਨਹੀਂ ਸੀ ਹੋ ਰਹੀ। ਸੋ ਉਹਦੀ ਇੱਕ ਆਪਣੀ ਮਨੋਦਸ਼ਾ ਜਿਹਦੇ ਕਰਕੇ ਉਹਨੇ ਉਹ ਕੀਤਾ। ਬਟ ਉਸ ਤੋਂ ਬਾਅਦ ਵੀ ਐਮਬੈਸੀ ਕੋਲ ਇੰਨਾ ਲੰਬਾ ਚੌੜਾ ਟਾਈਮ ਸੀ, ਉਦੋਂ ਵੀ ਸਟੂਡੈਂਟਸ ਨੇ ਇੱਕ ਮੈਮੋਰੈਂਡਮ ਦਿੱਤਾ ਸੀ। ਸੋ ਉਹ 10-15 ਦਿਨ ਬਾਅਦ ਫਿਰ ਸਟੂਡੈਂਟ ਦੁਬਾਰਾ ਮਜਬੂਰ ਹੋਇਆ, ਕਿਉਂਕਿ ਉਹਨੂੰ 10-15 ਦਿਨਾਂ 'ਚ ਕੋਈ ਜਵਾਬ ਨਹੀਂ ਮਿਲਿਆ। ਸੋ ਜੇ ਵੀ ਉਹਨਾਂ ਨੇ ਕੋਈ ਸਟਰੋਂਗ ਜਵਾਬ ਨਹੀਂ ਦਿੱਤਾ, ਉਹ ਕਹਿੰਦੇ ਜਵਾਬ ਤੁਹਾਨੂੰ ਉੱਥੋਂ ਹੀ ਆਏਗਾ, ਹੋ ਸਕਦਾ ਸਵੇਰੇ ਆ ਜਾਏ, ਹੋ ਸਕਦਾ ਹੋਰ ਹਫ਼ਤੇ ਨੂੰ ਆਵੇ, ਹੋਰ 15 ਦਿਨਾਂ ਨੂੰ ਆਵੇ, ਬਟ ਅਸੀਂ ਸਿਰਫ ਤੁਹਾਡਾ ਸੁਨੇਹਾ ਜਿਹੜਾ ਉੱਥੇ ਤੱਕ ਪਹੁੰਚਾ ਸਕਦੇ ਹਾਂ, ਅਸੀਂ ਉਹਨਾਂ ਦੇ ਬਿਹਾਫ ਤੇ ਕੁਝ ਤੁਹਾਨੂੰ ਕਲੀਅਰ ਨਹੀਂ ਕਰ ਸਕਦੇ। ਸੋ ਦੋਸਤੋ, ਪ੍ਰੋਟੈਸਟ ਬਾਰੇ ਗੱਲ ਕਰਾਂਗੇ। ਕਿਤੇ ਨਾ ਕਿਤੇ ਸਭ ਤੋਂ ਪਹਿਲਾਂ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਅਮਰਜੀਤ ਜੀ ਇੰਡਸਟਰੀ ਨੂੰ ਰਿਪਰੈਜ਼ੈਂਟ ਕਰਦੇ ਨੇ, ਦੋਨੋਂ ਪੱਖਾਂ ਨੂੰ ਸਮਝਦੇ ਨੇ। ਸੋ ਇਹਨਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਸਟੂਡੈਂਟਸ ਦੀ ਅਪਰੋਚ ਸਹੀ ਸੀ, ਕਿ ਜਿਸ ਤਰੀਕੇ ਨਾਲ ਉਹਨਾਂ ਨੇ ਪ੍ਰੋਟੈਸਟ ਕੀਤਾ ਉਹ ਸਹੀ ਸੀ, ਜਾਂ ਉਹਨੂੰ ਹੋਰ ਬੈਟਰ ਕੀਤਾ ਜਾ ਸਕਦਾ ਸੀ। ਦੂਸਰਾ, ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਆਊਟਕਮ ਕਦੋਂ ਤੱਕ ਐਕਸਪੈਕਟ ਹੈ, ਮਹੀਨੇ 2 ਮਹੀਨੇ ਤੱਕ, ਕੀ ਉਹ ਸਮਝਦੇ ਨੇ ਕੀ ਹੋ ਸਕਦਾ ਹੈ। ਸੋ ਅਮਰਜੀਤ ਜੀ, ਪਹਿਲਾਂ ਪ੍ਰੋਟੈਸਟ ਦੀ ਗੱਲ ਕਰ ਲੈਂਦੇ ਹਾਂ। ਤੁਸੀਂ ਸਾਰੇ ਸਵਾਲ ਵੀ ਦੇਖੇ, ਕਿਵੇਂ ਪ੍ਰੋਟੈਸਟ ਹੋਇਆ ਉਹ ਵੀ ਦੇਖਿਆ। ਤੁਹਾਨੂੰ ਲੱਗਦਾ ਹੈ ਇਹ ਬੈਸਟ ਤਰੀਕਾ ਸੀਗਾ? ਆਈ ਥਿੰਕ ਸੋ। ਇਟ ਬਹੁਤ ਫੇਅਰ ਤਰੀਕੇ ਨੇ ਸਟੂਡੈਂਟਸ ਨੇ ਪ੍ਰੋਟੈਸਟ ਕੀਤਾ। ਮੰਨ ਲਓ ਐਲੈਂਟੇ ਦੇ ਸਾਹਮਣੇ ਜਿਹੜਾ ਰੋਡ ਵੀ ਜਾਂਦਾ, ਉਸ ਰੋਡ 'ਚ ਵੀ ਕੋਈ ਸਟੂਡੈਂਟ ਨਹੀਂ ਸੀ ਖੜਾ। ਸਟੂਡੈਂਟ ਲੈਫਟ ਜਾਂ ਰਾਈਟ ਸਾਈਡ ਦੇ ਆਪਣੇ ਬਲੈਂਕਟਸ ਲੈ ਕੇ ਖੜੇ ਸੀਗੇ, ਆਪਣਾ ਮੈਸੇਜ ਲੈ ਕੇ ਖੜੇ ਸੀ, ਆਪਣਾ ਮੈਸੇਜ ਸਰਕਾਰ ਨੂੰ ਮੀਡੀਆ ਦੇ ਥਰੂ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਸੀ, ਆਪਣੀ ਪ੍ਰੋਬਲਮ ਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਸੀ। ਸੋ ਕਿਸੇ ਤਰ੍ਹਾਂ ਦਾ ਕੋਈ ਮਿਸਬਿਹੇਵ ਉੱਥੇ ਨਹੀਂ ਹੋਇਆ। ਬਕਾਇਦਾ ਪਰਮਿਸ਼ਨ ਸੀਗੀ ਉਹਨਾਂ ਕੋਲ ਪ੍ਰੋਟੈਸਟ ਕਰਨ ਦੀ, ਗਵਰਨਮੈਂਟ ਆਫ ਇੰਡੀਆ ਤੋਂ ਉਹਨਾਂ ਨੇ ਪਰਮਿਸ਼ਨ ਲਈ, ਉਸ ਤੋਂ ਬਾਅਦ ਪ੍ਰੋਟੈਸਟ ਹੋਇਆ। ਸੋ ਸਟੂਡੈਂਟਸ ਨੇ ਬਹੁਤ ਅੱਛੇ ਤਰੀਕੇ ਨਾਲ ਇਹਨੂੰ ਮੈਂ ਕਹੂੰਗਾ ਕਿ ਅਰੇਂਜ ਕੀਤਾ, ਮੈਨੇਜ ਕੀਤਾ। ਉਸ ਤੋਂ ਬਾਅਦ ਉਹਨਾਂ ਨੇ 2 ਰਿਪਰੈਜ਼ੈਂਟੇਟਿਵ ਬੁਲਾਏ ਐਮਬੈਸੀ ਨੇ ਅੰਦਰ, ਹਾਈ ਕਮਿਸ਼ਨ ਨੇ। ਸੋ ਇੱਕ ਲੜਕਾ ਇੱਕ ਲੜਕੀ ਐਜ਼ ਅ ਰਿਪਰੈਜ਼ੈਂਟੇਟਿਵ ਬਣ ਕੇ ਸਾਰੇ ਸਟੂਡੈਂਟਸ ਦੇ ਗਏ। ਫਿਰ ਉਹਨਾਂ ਨੇ ਬਾਹਰ ਆ ਕੇ ਸਾਰੀ ਜੋ ਗੱਲਬਾਤ ਅੰਦਰ ਹੋਈ ਉਹ ਸਾਡੇ ਬ੍ਰੌਡਵੇ ਚੈਨਲ ਤੇ ਪਈ ਹੋਈ ਹੈ ਵੀਡੀਓ, ਸੋ ਉਹਦੇ 'ਚ ਤੁਸੀਂ ਦੇਖ ਸਕਦੇ ਹੋ। ਔਰ ਮੈਂ ਸਟੂਡੈਂਟ ਨਾਲ ਕੰਟੈਕਟ 'ਚ ਜਿਹੜਾ ਲੀਡ ਕਰਨ ਗਿਆ ਸੀਗਾ ਅਰਸ਼ ਕਾਲੋ, ਸੋ ਵੀ ਟਰਾਈ ਕਿ ਆਪਾਂ ਉਹਨੂੰ ਚੈਨਲ ਤੇ ਲੈ ਕੇ ਆਈਏ ਤਾਂ ਕਿ ਉਹਦੇ ਸ਼ਬਦਾਂ 'ਚੋਂ ਦੋਸਤ ਜਾਣ ਸਕਣਗੇ। ਤੇ ਮੇਰੇ ਖਿਆਲ ਨਾਲ ਇੱਕ ਕਲੈਰਿਟੀ ਹੋਊਗੀ। ਜਿੱਦਾਂ ਆਪਾਂ 2 ਜਣਿਆਂ ਨੇ ਕੋਈ ਪਰਸਨਲ ਗੱਲ ਕੀਤੀ ਤਾਂ ਆਪਾਂ 2 ਬਿਹਤਰ ਜਾਣਦੇ ਆਪਾਂ ਕੀ ਗੱਲ ਕੀਤੀ, ਰੈਦਰ ਦੈਨ ਉਹਨੂੰ ਤੀਜਾ ਬੰਦਾ ਐਕਸਪਲੇਨ ਕਰੇ। ਸੋ ਮੈਂ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰ ਰਿਹਾ ਜੋ ਮੈਂ ਅਰਸ਼ ਕਾਲੋ ਤੋਂ ਸੁਣਿਆ। ਬਟ ਅਰਸ਼ ਕਾਲੋ ਅਗਰ ਤੁਹਾਨੂੰ ਐਕਸਪਲੇਨ ਕਰੂਗਾ ਤਾਂ ਸ਼ਾਇਦ ਤੁਹਾਨੂੰ ਚੀਜ਼ਾਂ ਹੋਰ ਟਰਸਟਵਰਦੀ ਲੱਗੂਗੀਆਂ। ਲੇਕਿਨ ਨਿਚੋੜ ਇਹੀ ਹੈ ਓਵਰਆਲ ਕਿ ਐਮਬੈਸੀ ਉਹਨਾਂ ਨੂੰ ਲਿਖ ਕੇ ਕੁਝ ਨਹੀਂ ਸੀ ਦੇ ਸਕਦੀ, ਕੋਈ ਡੈਡਲਾਈਨ ਮੌਕੇ ਤੇ ਨਹੀਂ ਸੀ ਦੇ ਸਕਦੀ, ਕਿਉਂਕਿ ਸਾਰੀ ਫਾਈਲਾਂ ਇੱਥੇ ਪ੍ਰੋਸੈਸ ਨਹੀਂ ਹੁੰਦੀਆਂ, ਨਾ ਹੀ ਥੋੜੀਆਂ ਹੁੰਦੀਆਂ ਨੇ। ਇੱਥੇ ਫਾਈਲਾਂ ਹੁਣ ਪ੍ਰੋਸੈਸ ਹੁੰਦੀਆਂ ਹੀ ਨਹੀਂ। ਫਾਈਲਾਂ ਟੋਟਲੀ ਉਹ ਕਹਿੰਦੇ ਜੀ ਉੱਥੇ ਓਨਟਾਰੀਓ 'ਚ ਪ੍ਰੋਸੈਸ ਹੁੰਦੀਆਂ ਨੇ, ਕੈਨੇਡਾ ਪ੍ਰੋਸੈਸ ਹੁੰਦੀਆਂ ਨੇ, ਉੱਥੇ ਹਾਈ ਕਮਿਸ਼ਨ ਹੈ, ਉਹ ਡਿਸੀਜਨ ਲਏਗਾ, ਉਹ ਤੁਹਾਨੂੰ ਦੱਸੇਗਾ। ਅੰਟਿਲ ਦੈਟ ਯੂ ਹੈਵ ਟੂ ਵੇਟ। ਜੇ ਸਾਡੇ ਕੋਲ ਤੁਹਾਡੇ ਲਈ ਕੋਈ ਪ੍ਰੋਪਰ ਜਵਾਬ ਸਾਡੇ ਕੋਲ ਨਹੀਂਗਾ, ਹਾਈ ਕਮਾਂਡ ਤੱਕ ਤੁਹਾਡਾ ਮੈਸੇਜ ਪਹੁੰਚਾਵਾਂਗੇ, ਉੱਥੋਂ ਜਿਹੜਾ ਜਵਾਬ ਉਹ ਤੁਹਾਡੇ ਤੱਕ ਆਏਗਾ। ਸੋ ਦੋਸਤੋ, ਅਮਰਜੀਤ ਜੀ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਹੋਰ ਵੀ ਇਹਦੇ ਐਸਪੈਕਟ ਬਹੁਤ ਨੇ, ਪਰ ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਪ੍ਰੋਟੈਸਟ ਬਹੁਤ ਵੈਲ ਮੈਨੇਜਡ ਸੀਗਾ। ਸੋ ਪ੍ਰੋਟੈਸਟ ਦੀ ਜ਼ਰੂਰਤ ਵੀ ਸੀ, ਇਹ ਵੀ ਸਾਰੇ ਮੰਨਦੇ ਨੇ। ਸੋ ਕਿਤੇ ਨਾ ਕਿਤੇ ਤੁਸੀਂ ਵਧਾਈ ਦੇ ਪਾਤਰ ਇਸ ਤਰੀਕੇ ਨਾਲ ਜ਼ਰੂਰ ਹੋ ਕਿ ਬੀਇੰਗ ਸਟੂਡੈਂਟ ਤੁਸੀਂ ਜਿਹੜਾ ਪ੍ਰੋਟੈਸਟ ਕੀਤਾ, ਜਿਹਦੇ ਤੇ ਇੰਟਰਨੈਸ਼ਨਲੀ ਪ੍ਰੋਟੈਸਟ ਇਹਨੂੰ ਕਿਹਾ ਜਾ ਸਕਦਾ ਕਿ ਵੀ ਕਿਸੇ ਅੰਬੈਸੀ ਦੇ ਖਿਲਾਫ ਤੁਸੀਂ ਕੀਤਾ ਸੀਗਾ, ਤੋਂ ਬਹੁਤ ਵੈਲ ਮੈਨੇਜਡ ਤੇ ਬਹੁਤ ਹੀ ਜਿਹੜੇ ਸਹੀ ਤਰੀਕੇ ਨਾਲ ਤੁਸੀਂ ਪ੍ਰੋਟੈਸਟ ਕੀਤਾ, ਤੇ ਇੱਕ ਮੈਸੇਜ ਜਿਹੜਾ ਹੈਗਾ ਉਹ ਬਹੁਤ ਪੋਜ਼ਿਟਿਵ ਗਿਆ ਹੋਣਾ, ਤੇ ਆਊਟਕਮ ਵੀ ਐਕਸਪੈਕਟ ਕਰ ਸਕਦੇ ਆ ਕਿ ਪੋਜ਼ਿਟਿਵ ਹੀ ਆਏਗੀ। ਸੋ ਅਮਰਜੀਤ ਜੀ, ਤੁਹਾਨੂੰ ਕੀ ਲੱਗਦਾ ਹੈ ਮਹੀਨੇ 2 ਮਹੀਨੇ ਤੱਕ ਸਪੈਕੂਲੇਸ਼ਨ ਤਾਂ ਨਹੀਂ ਜਦੋਂ ਵੀ ਆਪਾਂ ਕੋਈ ਇਦਾਂ ਦੀ ਚੀਜ਼ ਕਰਦੇ ਆ, ਆਪਣਾ ਜੋ ਆਪਣਾ ਲਾਈਫ 'ਚ ਐਕਸਪੀਰੀਅੰਸ ਆ ਬੀਇੰਗ ਅਡਲਟ, ਅਗਰ ਆਪਾਂ ਵੀ ਕਈ ਵਾਰੀ ਐਜੀਟੇਸ਼ਨਾਂ 'ਚ ਅਸੀਂ ਵੀ ਪਾਰਟਿਸਿਪੇਟ ਕੀਤਾ, ਅਸੀਂ ਵੀ ਮੈਮੋਰੈਂਡਮ ਦਿੱਤੇ ਆ, ਸਾਰਿਆਂ ਨੇ ਦਿੱਤੇ ਹੁੰਦੇ ਆ ਜਿੰਨੇ ਵੀ ਐਕਸਪੀਰੀਅੰਸ ਹੁੰਦੇ ਨੇ। ਬੱਚਿਆਂ ਦੇ ਚਲੋ ਹੋ ਸਕਦਾ ਉਹਨਾਂ ਦਾ ਫਸਟ ਐਕਸਪੀਰੀਅੰਸ, ਇਹ ਮੈਮੋਰੈਂਡਮਸ ਦਾ ਆਨਸਰ ਜ਼ਰੂਰ ਆਉਂਦਾ ਹੈ। ਇੱਦਾਂ ਨਹੀਂ ਹੁੰਦਾ ਕਿ ਸਾਇਲੈਂਟ ਰਹਿ ਜਾਣ, ਇੱਦਾਂ ਨਹੀਂ ਹੁੰਦਾ ਕਿ ਇਹ ਡਸਟਬਿਨ 'ਚ ਚਲੇ ਜਾਣ। ਉਹਨਾਂ ਨੂੰ ਕੁਝ ਵੀ ਜਵਾਬ ਦੇਣ, ਭਾਵੇਂ ਉਹ ਗੋਲ ਮੋਲ ਦੇਣ, ਭਾਵੇਂ ਸਿੱਧਾ ਦੇਣ, ਉਹ ਡਿਪੈਂਡ ਹੈ ਉਹਨਾਂ ਦੇ ਜਵਾਬ ਦੇਣ ਤੇ ਔਰ ਤੁਹਾਡੇ ਮੈਮੋਰੈਂਡਮ ਲਿਖਣ ਤੇ। ਮੈਮੋਰੈਂਡਮ ਲਿਖਿਆ ਤਾਂ ਮੈਂ ਨਹੀਂ ਦੇਖਿਆ, ਬਟ ਹਾਂ ਡੈਫੀਨੇਟਲੀ ਅੰਬੈਸੀ ਦੇ ਐਂਡ ਤੋਂ ਵੀ ਤੁਸੀਂ ਦੇਖੋਗੇ ਤੇ ਇਸ ਚੀਜ਼ ਨੂੰ ਤੁਸੀਂ ਸਮਝੋਗੇ। ਸਟੂਡੈਂਟ ਨੂੰ ਵੀ ਥੋੜਾ ਸਮਝਣਾ ਜ਼ਰੂਰ ਪਊਗਾ। ਮੈਨੂੰ ਪਤਾ ਹੈ ਸਟੂਡੈਂਟ ਇਸ ਟਾਈਮ ਸਮਝਣ ਦੀ ਸਿਚੁਏਸ਼ਨ 'ਚ ਨਹੀਂਗਾ, ਉਹਦੀ ਆਪਣੀ ਇੱਕ ਫਰਸਟ੍ਰੇਸ਼ਨ ਦਾ ਲੈਵਲ ਜਿਹੜਾ ਉਹ ਬਹੁਤ ਜ਼ਿਆਦਾ ਰਾਈਜ਼ ਹੋ ਚੁੱਕਾ, ਬਹੁਤ ਜ਼ਿਆਦਾ ਮੈਂਟਲ ਸਾਈਕੋਲੋਜੀਕਲ ਹਰਾਸਮੈਂਟ 'ਚੋਂ ਨਿਕਲ ਰਿਹਾ। ਬਟ ਅੰਬੈਸੀ 10,000 ਫਾਈਲਾਂ ਨੂੰ ਦੱਬ ਕੇ ਨਹੀਂ ਬੈਠ ਸਕਦੀ। ਤੁਸੀਂ ਵੀ ਮੰਨਦੇ ਹੋ ਕਿਤੇ ਨਾ ਕਿਤੇ ਕੈਨੇਡੀਅਨ ਐਮਬੈਸੀ ਦਾ ਜਿੱਦਾਂ ਦਾ ਇਹ ਵਤੀਰਾ ਰਿਹਾ, ਤੁਸੀਂ ਇੰਡੀਅਨ ਬਿਊਰੋਕ੍ਰੇਸੀ ਤੋਂ ਤਾਂ ਐਕਸਪੈਕਟ ਕਰ ਸਕਦੇ ਹੋ, ਪਰ ਕੈਨੇਡਾ ਦੇ ਸਟੈਂਡਰਡਸ ਦੇ ਹਿਸਾਬ ਨਾਲ ਇਹ ਨਹੀਂ ਹੈਗਾ। ਦੇਖੋ, ਇੱਕ ਚੀਜ਼ ਨੂੰ ਆਪਾਂ ਨੂੰ ਸਮਝਣਾ ਪਊਗਾ। ਜਿੱਦਾਂ ਉਹਨਾਂ ਨੇ ਕਿਹਾ ਕਿ ਤੁਸੀਂ, ਜਿੱਦਾਂ ਬੱਚਾ ਉਹਨਾਂ ਨੂੰ ਕਹਿ ਰਹੇ ਸੀਗੇ ਕਿ ਤੁਸੀਂ ਸਾਨੂੰ ਜਵਾਬ ਕਦੋਂ ਦਿਓਗੇ, ਸਾਨੂੰ ਦੱਸੋ ਸਾਡੇ ਰਿਜ਼ਲਟ ਕਦੋਂ ਮਿਲਣਗੇ। ਉਹ ਅੱਗੋਂ ਕਹਿੰਦੇ ਵੀ ਤੁਸੀਂ ਦੱਸੋ ਕੋਵਿਡ ਕਦੋਂ ਖਤਮ ਹੋਏਗਾ। ਠੀਕ ਹੈ ਨਹੀਂ, ਕਹਿੰਦੇ ਵੀ ਇਸ ਟਾਈਮ ਓਨਟਾਰੀਓ ਲੋਕਡਾਊਨ ਹੈ, ਕਿਊਬੈਕ ਲੋਕਡਾਊਨ ਹੋਣ ਜਾ ਰਿਹਾ ਹੈ। ਠੀਕ ਹੈ ਨਹੀਂ। ਸੋ ਜੇ ਅਸੀਂ ਤੁਹਾਨੂੰ ਕੁਝ ਵੀ ਕਮਿਟਮੈਂਟ ਦੇ ਦਈਏ, ਉਹ ਸੌਖਾ ਨਹੀਂ ਹੈ ਸਾਡੇ ਲਈ। ਇੱਥੇ ਇੰਡੀਆ 'ਚ ਤੁਸੀਂ ਕੋਵਿਡ ਦੀ ਸਿਚੁਏਸ਼ਨ ਦੇਖ ਰਹੇ ਹੋ, ਇਹ ਤਾਂ ਅਸੀਂ ਨਹੀਂ ਬੁਲਾਇਆ।
ठीक है नहीं। सो वो ਜਿਹੜਾ ਇੱਕ ਸਲੋਪਨ ਹੈ ਉਹ ਸਲੋਪਨ ਇਹਨਾਂ ਚੀਜ਼ਾਂ 'ਚ ਹੈ ਕਿਉਂਕਿ ਗਵਰਨਮੈਂਟ ਦੀ ਪ੍ਰਾਇੋਰਟੀ ਚੇਂਜ ਹੋ ਜਾਂਦੀਆਂ ਨੇ। ਹੁਣ ਉੱਥੇ ਦੀ ਸਰਕਾਰ ਦੀ ਪ੍ਰਾਇੋਰਟੀ ਇਸ ਟਾਈਮ ਉੱਥੇ ਆਈ ਹੋਈ ਕੋਵਿਡ ਦੀ 3rd ਵੇਵ ਹੈ ਜਿੱਦਾਂ ਇੱਥੇ ਹੈ ਹੁਣ ਇੰਡੀਆ 'ਚ। ਆਪਾਂ ਦੇਖ ਰਹੇ ਹਾਂ ਹੁਣ ਲੋਕਡਾਊਨ ਲੱਗਣੇ ਸ਼ੁਰੂ ਹੋ ਗਏ। ਥੋੜੇ ਦਿਨ ਪਹਿਲਾਂ ਸਰਕਾਰ ਸਾਡੀ ਦੀ ਚਲੋ ਪ੍ਰਾਇੋਰਟੀ ਇਲੈਕਸ਼ਨ ਜਿੱਤਣਾ ਸੀ ਤਾਂ ਬੰਗਾਲ 'ਚ ਲੱਗੇ ਹੋਏ ਸੀ, ਰੈਲੀਆਂ ਚੱਲੀ ਜਾਂਦੀਆਂ ਸੀ। ਉਹ ਉਦੋਂ ਕੋਵਿਡ ਉਹਨਾਂ ਦੀ ਪ੍ਰਾਇੋਰਟੀ 'ਚ ਨਹੀਂ ਸੀ। ਹੁਣ ਉਹਨਾਂ ਦੀ ਕੋਵਿਡ ਪ੍ਰਾਇੋਰਟੀ 'ਚ ਆ ਗਿਆ ਤੇ ਆਈਲੈਟ ਸੈਂਟਰ ਵੀ ਬੰਦ ਕਰਤੇ ਰਾਤੋਂ ਰਾਤ, ਜਿਮ ਵੀ ਬੰਦ ਕਰਤੇ, ਰੈਸਟੋਰੈਂਟ ਵੀ ਬੰਦ ਕਰਤੇ। ਸੋ ਪ੍ਰਾਇੋਰਟੀ ਹੈ, ਪ੍ਰਾਇੋਰਟੀ ਜਦੋਂ ਚੇਂਜ ਹੋਏਗੀ। ਹੁਣ ਜਦੋਂ ਸਾਰਿਆਂ ਦੇ ਰਿਜ਼ਲਟ ਆ ਰਹੇ ਸੀ ਉਦੋਂ ਲੋਕਡਾਊਨ ਨਹੀਂ ਸੀ, ਕੋਵਿਡ ਡਾਊਨ ਚੱਲ ਰਿਹਾ ਸੀ ਗ੍ਰਾਫ। ਔਰ ਆਪਾਂ ਦੇਖਿਆ ਫੈਬਰਵਰੀ, ਜਨਵਰੀ, ਮਾਰਚ ਬਹੁਤ ਅੱਛੇ ਸ਼ਾਨਦਾਰ ਤਰੀਕੇ ਨਾਲ ਬੱਚਿਆਂ ਨੂੰ ਰਿਜ਼ਲਟ ਲਗਾਤਾਰ ਮਿਲੇ ਨੇ। ਹੁਣ ਉੱਥੇ ਅੰਟਾਰੀਓ ਦੇ ਵਿੱਚ ਲੋਕਡਾਊਨ ਹੋ ਗਿਆ ਥੋੜੇ ਦਿਨ ਪਹਿਲਾਂ, ਹੁਣ ਕਿਊਬੈਕ 'ਚ ਲੋਕਡਾਊਨ ਹੋਣ ਦੀਆਂ ਗੱਲਾਂ ਚੱਲ ਰਹੀਆਂ ਨੇ। ਫਿਰ ਉਹਦੇ ਵਿੱਚ ਆ 2 ਮਿਨਿਸਟਰੀਜ਼ ਦਾ ਮਸਲਾ, 2 ਸੈਂਟਰ ਔਰ ਸਟੇਟ ਦੀ ਮਿਨਿਸਟਰੀ ਦਾ ਆਪਸ 'ਚ ਮਸਲਾ ਹੈ। ਪਰ ਉਹਦੇ 'ਚ ਕਮਿਊਨੀਕੇਸ਼ਨ ਜਿੱਡਾ ਕਿ ਪ੍ਰੋਟੈਸਟ ਹੋਇਆ, ਜਿੰਨੇ ਕਿ ਸਟੂਡੈਂਟ ਇਹ 'ਚ ਸ਼ਾਮਲ ਹੋਏ, ਜਿੱਡਾ ਕਿ ਇਹਦਾ ਵੋਲਿਊਮ ਸੀ ਜੀ, ਇਹਦਾ ਪ੍ਰੈਸ਼ਰ ਦਾ ਲੈਵਲ ਕਿੱਡਾ ਕੁ ਮੰਨਦੇ ਹੋ? ਨਹੀਂ ਦੇਖੋ, ਪ੍ਰੈਸ਼ਰ ਆ ਨਹੀਂ ਹੈ ਕਿ ਕੈਨੇਡਾ ਹਾਈ ਕਮਿਸ਼ਨ ਨੂੰ ਪਤਾ ਨਹੀਂ ਹੈ ਕਿ ਸਟੂਡੈਂਟ ਫਰਸਟ੍ਰੇਟ ਹੋ ਰਿਹਾ, ਆ ਨਹੀਂ ਹੈ ਕਿ ਉਹਨਾਂ ਨੂੰ ਪਿਛਲੇ ਪ੍ਰੋਟੈਸਟ ਦਾ ਨਹੀਂ ਪਤਾ। they know everything but they have to come up with a concrete answer ਨਾ। ਉਹ ਰੋਜ਼ ਸਟੇਟਮੈਂਟ ਨਹੀਂ ਬਦਲ ਸਕਦੇ, ਉਹਨਾਂ ਨੂੰ ਇੱਕ ਕੰਕਰੀਟ ਆਨਸਰ ਦੇਣਾ, ਠੀਕ ਹੈ ਨਹੀਂ। ਉਹ ਕੰਕਰੀਟ ਆਨਸਰ ਹੁਣ ਆਪਾਂ 31 ਮਾਰਚ ਨੂੰ ਬੈਨ ਖਤਮ ਹੁੰਦਾ ਹੈ ਤਾਂ ਆਪਾਂ ਐਕਸਪੈਕਟ ਤਾਂ ਇਹੀ ਕਰਦੇ ਹਾਂ ਕਿ ਉਦੋਂ ਤੱਕ ਉਹਨਾਂ ਦਾ ਹੋਮਵਰਕ ਹੋਇਆ ਹੋਣਾ ਚਾਹੀਦਾ ਸੀ, ਬਟ ਉਹਨਾਂ ਦਾ ਹੋਮਵਰਕ ਨਹੀਂ ਸੀ ਹੋਇਆ। ਸੋ ਨਹੀਂ ਸੀ ਹੋਇਆ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਕਿੰਨਾ ਗ੍ਰੇਸ ਟਾਈਮ ਚਾਹੀਦਾ ਇਹਦੇ ਉੱਤੇ ਹੁਣ ਉਹ ਦੱਸਣ ਨੂੰ ਤਿਆਰ ਨਹੀਂਗੇ। ਬਟ ਮੇਰੇ ਖਿਆਲ ਨਾਲ ਜਿਹੜੇ 20 ਦਿਨ ਲੰਘੇ ਆ ਫੇਅਰ ਇਨਫ ਗ੍ਰੇਸ ਟਾਈਮ ਸੀਗਾ ਕਿ ਐਮਬੈਸੀ ਨੂੰ ਕਮ ਫਾਰਵਰਡ ਹੋਣਾ ਚਾਹੀਦਾ ਸੀ, ਉਹਨੂੰ ਗੱਲਾਂ ਨੂੰ ਕਲੀਅਰ ਕਰਨਾ ਚਾਹੀਦਾ ਸੀ। ਸਟੂਡੈਂਟ ਇੱਥੋਂ ਤੱਕ ਡੈਸਪਰੇਟ ਨੇ, ਉੱਧਰ ਦੇ ਐਮਪੀਸ ਨੂੰ ਕਾਲਸ ਵੀ ਕਰਦੇ ਨੇ, ਈਮੇਲਸ ਕਰਦੇ ਨੇ, ਡਿਪਾਰਟਮੈਂਟਸ ਨੂੰ ਈਮੇਲ ਕਰਦੇ ਨੇ, ਡਿਪਾਰਟਮੈਂਟ ਇੱਕ ਦੂਜੇ ਤੇ ਰਿਸਪੌਂਸਿਬਿਲਿਟੀ ਪਾ ਦਿੰਦੇ ਨੇ, ਸਟੂਡੈਂਟ ਕਨਫਿਊਜ਼, ਫੋਨ ਬੰਦ ਕਰ ਦਿੰਦਾ। ਸੋ ਇਹ ਸਿਚੁਏਸ਼ਨ ਜਿਹੜੀ ਹੈ ਹਜੇ ਸ਼ਾਇਦ ਇਸ ਮਹੀਨੇ ਰਵੇ। ਔਰ ਆਹ ਜਿਹੜੇ ਪ੍ਰੋਟੈਸਟ ਤੋਂ ਬਾਅਦ ਜਿਹੜਾ ਕਿ ਕਾਫੀ ਸਟਰੋਂਗਲੀ ਹੋਇਆ, ਪਿਛਲੇ ਪ੍ਰੋਟੈਸਟ ਦੇ ਕੰਪੈਰੀਟਿਵਲੀ ਬਹੁਤ ਜ਼ਿਆਦਾ ਫਰਕ ਸੀਗਾ। ਪਿਛਲੇ ਪ੍ਰੋਟੈਸਟ 'ਚ ਹਾਰਡਲੀ 100 ਸਟੂਡੈਂਟ ਸੀਗਾ, ਇਹਦੇ 'ਚ ਤਕਰੀਬਨ 500-700 ਸਟੂਡੈਂਟ ਨੇ ਪਾਰਟੀਸਪੇਟ ਕੀਤਾ। ਬਹੁਤ ਸਾਰੀ ਮੀਡੀਆ ਕਵਰੇਜ ਇਹਦੇ ਉੱਤੇ ਹੋਈ, ਆਪਣੇ ਜਿੰਨੇ ਉੱਧਰ ਚੈਨਲ ਕੈਨੇਡਾ 'ਚ ਚੱਲਦੇ ਨੇ ਨਾਮਵਰ YouTube ਐਂਡ ਕੇਬਲ ਚੈਨਲ, ਸਭ ਨੇ ਉਹਨੂੰ ਕਵਰ ਕੀਤਾ। ਸੋ ਡੈਫੀਨੇਟਲੀ ਜੇ ਚੀਜ਼ ਹਾਈਲਾਈਟ ਹੋਊਗੀ ਤਾਂ ਕਿਤੇ ਨਾ ਕਿਤੇ ਸਰਕਾਰ ਦੀ ਜਵਾਬਦੇਹੀ ਇਹਦੇ ਪ੍ਰਤੀ ਹੋਊਗੀ। ਇਹਦੇ ਨਾਲ ਨਾਲ ਸਟੂਡੈਂਟ ਨੂੰ ਮੈਂ ਵੀ ਐਡਵਾਈਸ ਕੀਤੀ ਕਿ ਤੁਸੀਂ ਆਪਣੀ ਲੋਕਲ ਮਿਨਿਸਟਰੀਜ਼ ਨੂੰ, ਪੰਜਾਬ ਗਵਰਨਮੈਂਟ ਨੂੰ ਵੀ ਮਿਲਣ ਦੀ ਕੋਸ਼ਿਸ਼ ਕਰੋ, ਇਹਦੇ ਲਈ ਮਿਲ ਸਕਦੇ ਹੋ ਕਿਉਂਕਿ ਉਹ ਤੁਹਾਡਾ ਜਿਹੜਾ ਸਵਾਲ ਆ ਉਹ ਸਹੀ ਤਰੀਕੇ ਔਰ ਜ਼ਿਆਦਾ ਜਲਦੀ ਪਹੁੰਚਾ ਸਕਦੇ ਨੇ, ਉਹਦੇ ਉੱਤੇ ਜਵਾਬ ਜਲਦੀ ਲਿਆ ਸਕਦੇ ਨੇ। ਕਿਉਂਕਿ ਪਿੱਛੇ ਜੇ ਪੰਜਾਬ ਗਵਰਨਮੈਂਟ ਨੇ ਵੀ ਸਕੀਮ ਕੱਢੀ ਸੀ, ਅਸੀਂ ਬੱਚੇ ਆਪ ਕੈਨੇਡਾ ਭੇਜਾਂਗੇ, ਉਹਨਾਂ ਨੇ ਕੈਨੇਡਾ ਨਾਲ ਬੜੀ ਜਿਹੜਾ ਸਿਸਟਮ ਹੈ ਐਮਬੈਸੀ ਨਾਲ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਸੀ ਸਕਿਲਡ ਗਾਈਡ ਪ੍ਰੋਗਰਾਮਸ ਨੂੰ ਲੈ ਕੇ। ਸੋ ਕਿਤੇ ਨਾ ਕਿਤੇ ਅਗਰ ਤੁਸੀਂ ਲੋਕਲ ਗਵਰਨਮੈਂਟਸ ਨੂੰ ਵੀ ਮਿਲਦੇ ਆ ਤਾਂ ਉਹਦਾ ਵੀ ਇੱਕ ਇੰਪੈਕਟ ਐਡ ਆਨ ਹੋ ਸਕਦਾ ਹੈ ਅਗਰ ਤੁਹਾਨੂੰ ਹੋਰ 10-15 ਦਿਨਾਂ 'ਚ ਰਿਜ਼ਲਟ ਨਹੀਂ ਆਉਂਦਾ। ਪਰ ਮੈਨੂੰ ਲੱਗਦਾ ਕਿ ਹੁਣ ਕਾਫੀ ਸਮਾਂ ਹੋ ਗਿਆ, ਇਸ ਮੰਥ ਦੇ ਐਂਡ ਤੱਕ ਜ਼ਰੂਰ ਇੱਕ ਪੋਜ਼ਿਟਿਵ ਰਿਸਪੌਂਸ ਐਮਬੈਸੀ ਤੋਂ ਆਉਣਾ ਚਾਹੀਦਾ। ਸੋ ਦੋਸਤੋ, ਬਾਕੀ ਸਾਰੀਆਂ ਗੱਲਾਂ ਆਪਣੀ ਜਗ੍ਹਾ ਨੇ, ਪਰ ਕਿਤੇ ਨਾ ਕਿਤੇ ਕੰਸਲਟੈਂਟ ਹੋਣ, ਚਾਹੇ ਸਾਰੇ ਪੱਖ ਹੋਣ, ਇਹ ਗੱਲ ਜ਼ਰੂਰ ਮੰਨਦੇ ਨੇ ਕਿ ਸਟੂਡੈਂਟਸ ਨੂੰ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਫੇਅਰ ਟ੍ਰੀਟਮੈਂਟ ਫਿਲਹਾਲ ਨਹੀਂ ਮਿਲ ਸਕੀ। ਰੀਜ਼ਨ ਚਾਹੇ ਕੋਵਿਡ ਰਵੇ ਜਾਂ ਗਵਰਨਮੈਂਟ ਡਿਪਾਰਟਮੈਂਟਸ ਦੀ ਆਪਸ 'ਚ ਜਿਹੜੀ ਕੋਆਰਡੀਨੇਸ਼ਨ ਦੀ ਕਮੀ ਹੋਵੇ। ਸਟੂਡੈਂਟਸ ਦਾ ਬਹੁਤ ਕੁਝ ਸਟੇਕ ਤੇ ਲੱਗਿਆ ਹੋਇਆ ਵਾ ਤੇ ਸਟੂਡੈਂਟਸ ਹਰ ਹਾਲ 'ਚ ਡਿਜ਼ਰਵ ਕਰਦੇ ਨੇ ਕਿ ਉਹਨਾਂ ਨੂੰ ਐਟ ਲੀਸਟ ਜਵਾਬ ਟਾਈਮਲੀ ਮਿਲੇ, ਇਨਫੋਰਮੇਸ਼ਨ ਟਾਈਮਲੀ ਮਿਲੇ ਕਿ ਜੇ ਰੁਕਣਾ ਤਾਂ ਕਿੰਨੀ ਕੁ ਦੇਰ ਰੁਕਣਾ ਪਵੇਗਾ। ਇਸ ਮੁੱਦੇ ਤੇ ਅਸੀਂ ਜਿਹੜੇ ਵੀ ਅਪਡੇਟਸ ਆਉਣਗੇ ਐਕਸਪਰਟਸ ਨੂੰ ਸੱਦ ਕੇ ਉਹ ਸਾਰਿਆਂ ਤੇ ਚਰਚਾ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਤੁਹਾਨੂੰ ਕਿਤੇ ਨਾ ਕਿਤੇ ਹੱਲ ਵੱਲ ਤੋਰਿਆ ਜਾਵੇ। ਧੰਨਵਾਦ। नमस्कार दोस्तों, जो दोस्त ब्रॉडवे इमिग्रेशन की सर्विसेज लेना चाहते हैं वो कैसे हमारे साथ कांटेक्ट कर सकते हैं, उसके लिए मैं आपको शुरू में जरूर बताऊंगा। सो यू जस्ट हैव टू फॉलो 3 steps, a simple 3 steps. Number 1, you need to visit our website broadwaystudy.com. Number 2, you need to fill a form. वेबसाइट पे एक फॉर्म होगा, you have to fill your name, number and the country you wish to travel. And number 3, उसके बाद जब आप फॉर्म सबमिट करेंगे यू कैन सी आवर ऑनलाइन काउंसलर्स आउट देयर। यू कैन सेलेक्ट योर काउंसलर बाय जस्ट क्लिकिंग एनी वन ऑफ देम एंड द वीडियो कॉल विल स्टार्ट ऑटोमेटिकली। जैसे ही आप किसी एक काउंसलर के नाम पे क्लिक करेंगे वो वीडियो कॉल अपने आप ऑटोमेटिकली स्टार्ट हो जाएगी। सो एनीवेयर फ्रॉम इंडिया, आउटसाइड इंडिया, यू विश टू टेक अ ब्रॉडवे इमिग्रेशन सर्विसेज, यू कैन अप्लाई विद अस ऑनलाइन फ्रॉम योर होम, फ्रॉम योर कंट्री। थैंक यू। ब्रॉडवे ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ।